जो इन्होंने अग्नि ਦੇ इर्द गिर्द 7 फेरे लिए सी वो भी असली सी। ਤੁਸੀਂ ਚਾਹੋ ਤਾਂ ਇਹਨਾਂ ਦਾ ਮੈਰਿਜ ਸਰਟੀਫਿਕੇਟ ਦੇ ਸਕਦੇ ਹੋ, ਉਸ ਤੇ ਮੋਹਰ ਵੀ ਅਸਲੀ ਹੈ। नहीं ये ब्याह नहीं हो सकता। ये ब्याह नहीं नहीं नहीं। ਇੰਨਾ ਡਰਾਮਾ ਕਰਨ ਦੀ ਲੋੜ ਹੀ ਕੀ ਸੀ? ਤੁਸੀਂ ਇਹ ਪੂਜਾ ਚੁੱਪਚਾਪ ਹੋਣ ਕਿਉਂ ਨਹੀਂ ਦਿੱਤੀ? ਨਾਲੇ ਤੁਹਾਡੇ ਇਸ ਡਰਾਮੇ ਦਾ ਫਾਇਦਾ ਕੀ ਹੋਇਆ? ਵਿਆਹ ਤਾਂ ਦੋਵਾਂ ਦਾ ਅਸਲੀ ਸੀ, ਫਿਰ ਤੁਸੀਂ ਇਹ ਇਸ਼ੂ ਇੰਨਾ ਖੜਾ ਹੀ ਕਿਉਂ ਕੀਤਾ? मैं तो बस सारे सामने सच लेके आना चाहता सी। ਦੇਸ਼ੋ ਆਪਣੀ ਲਾਈਫ ਨੂੰ ਨਾ ਆਪਣੇ ਆਪ ਹੈਂਡਲ ਕਰ ਸਕਦੀ ਹੈ, ਨਾਲੇ ਉਹਦੇ ਨਾਲ ਨਾ ਹੁਣ ਰਣਵੀਰ ਹੈ। नहीं देशों कोल कोई नहीं हैगा हजे। वो रणवीर नू अपना हसबैंड मान ही नहीं पाई। तू देखिया नहीं कि फेरे लैन वेले किदां झिझक रही सी। आखिरकार की होया? वो बेचारी चक्कर खा के डिग गई। देशो देशो संभाल अपने आप को। ਇਹਦਾ मतलब यही है कि वो अजे भी अपने असल विआह लई राजी नहीं है। ਜੋ ਵੀ ਹੋਵੇ, ਪਰ ਵਿਆਹ ਤਾਂ ਅਸਲੀ ਸੀ, ਨਾਲੇ ਇਹਦੇ ਨਾਲ ਫਰਕ ਕੀ ਪੈਂਦਾ ਹੈ? ਦੇਸ਼ੋ ਫਸ ਗਈ ਹੈ। ਉਹਨੂੰ ਬਹੁਤ ਵੱਡਾ ਧੋਖਾ ਮਿਲਿਆ। ਹੁਣ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹਦਾ ਵਿਆਹ ਅਸਲੀ ਹੋ ਰਿਹਾ ਹੈ। ਤੇ ਇਹਦੀ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਉਹਦੇ ਲਈ ਰਣਵੀਰ ਹੈ। ਰਣਵੀਰ ਨੇ ਤਾਂ ਦੇਸ਼ ਨੂੰ ਧੋਖਾ ਦਿੱਤਾ ਹੈ। ਤੂੰ ਵੇਖੀ ਜਦੋਂ ਉੱਠੇਗੀ ਨਾ, ਉਹਨੂੰ ਰਿਅਲਾਈਜ਼ ਹੋਏਗਾ ਕਿ ਰਣਵੀਰ ਤੇ ਭਰੋਸਾ ਕਰਕੇ ਉਹਨੇ ਬਹੁਤ ਵੱਡੀ ਗਲਤੀ ਕੀਤੀ ਹੈ। ਦੇਸ਼ੋ ਹੁਣ ਰਣਵੀਰ ਨੂੰ ਕਦੀ ਅਸੈਪਟ ਹੀ ਨਹੀਂ ਕਰੇਗੀ। ਤੇ ਉਹਨਾਂ ਦੋਵਾਂ ਦੀ ਪ੍ਰੋਬਲਮ ਹੈ, ਸਾਨੂੰ ਉਹਦੇ ਨਾਲ ਕੀ? ਦੇਸ਼ੋ ਦੀ ਜ਼ਿੰਦਗੀ 'ਚ ਹੋਰ ਕੋਈ ਨਹੀਂ ਹੈ। ਹਾਂ, ਤੁਸੀਂ ਸ਼ਾਇਦ ਸਹੀ ਕਹਿ ਰਹੇ ਹੋ ਕਿ ਦੇਸ਼ੋ ਦੀ ਜ਼ਿੰਦਗੀ ਦੇ ਵਿੱਚ ਹੁਣ ਹੋਰ ਕੋਈ ਨਹੀਂ ਹੈ। ਹੋ ਸਕਦਾ ਹੈ ਕਿ ਉਹ ਆਪਣੀ ਇਸ ਅਸਲੀ ਵਿਆਹ ਤੋਂ ਵੀ ਰਾਜ਼ੀ ਨਾ ਹੋਵੇ ਤੇ ਰਣਵੀਰ ਨੂੰ ਵੀ ਛੱਡ ਦੇਵੇ, ਪਰ ਹੁਣ ਦੇਸ਼ੋ ਦੀ ਜ਼ਿੰਦਗੀ 'ਚ ਵੀ ਨਾ ਤੁਸੀਂ ਨਹੀਂ ਹੋ। ਸਾਡੇ ਦੋਹਾਂ ਦਾ ਵਿਆਹ ਹੋ ਚੁੱਕਿਆ ਹੋਇਆ, ਇਸ ਲਈ ਇਹ ਗੱਲ ਨਾ ਹਮੇਸ਼ਾ ਯਾਦ ਰੱਖਿਓ। ਪਤਾ ਨਹੀਂ ਅਰਮਾਨ ਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ। मैनू पता है जो कुछ भी होया ना, उहदे नाल तुहानू बहुत तकलीफ हुई, पर तुसी फिक्र ना करियो। मैं पता करके रहूंगा कि ये सब दे पीछे आखिर कौन है, कि आखिर उस दिन अदाकार क्यों नहीं आया ते असली पंडित विआह दे मंडप च किवें आ गया। मैं पता करके रहूंगा कि किने साडी जिंदगी इतना तहस नहस करती है। मैनू बहुत खुशी होनी सी ये जान के कि साडा विआह असली है, पर ऐसा नहीं। वो सब सुन के तुहाडा ये हाल हो गया, तुहानू ऐसा नहीं देख सकता। तुसी जल्दी जल्दी ठीक हो जाओ, मैं पता करदा कि इस सब दे पीछे आखिर कौन है। साहब जी, देशो मैडम जी का की हाल है? वो ठीक ते ने ना हुण? तुहानू कुछ चाहिदा साहब जी? मलकी जी तुसी रुको साहब जी, मैं तुहाडे लई गर्मा गर्म चाह लैके आना, ਉਹਦੇ ਨਾਲ ਤੁਸੀਂ ਥੋੜਾ ਤਾਜ਼ਾ ਮਹਿਸੂਸ ਕਰੋਗੇ। ਮਲਕੀ ਸਿੰਘ ਜੀ, ਮੈਂ ਤੁਹਾਡੇ ਤੋਂ ਕੁਝ ਪੁੱਛਣਾ ਸੀ। ਹਾਂਜੀ ਹਾਂਜੀ। ਮੈਂ ਤੁਹਾਨੂੰ ਉਸ ਦਿਨ ਪੈਸੇ ਦਿੱਤੇ ਸੀ ਨਾ, ਉਹ ਪੈਸੇ ਤੁਸੀਂ ਉਸ ਅਦਾਕਾਰ ਨੂੰ ਦੇ ਦਿੱਤੇ ਸੀ? ਇਸ ਕੰਮ ਦੇ ਲਈ ਮੈਂ ਕਿਸੇ ਹੋਰ ਤੇ ਭਰੋਸਾ ਨਹੀਂ ਕਰ ਸਕਦਾ। ਉਸ ਅਦਾਕਾਰ ਕੋਲ ਪੈਸੇ ਲੈ ਕੇ ਤੁਸੀਂ ਆਪ ਜਾਓਗੇ।
ਇਹ ਬਹੁਤ ਹੀ ਸੈਂਸਿਟਿਵ ਮੁੱਦਾ ਹੈ ਤੇ ਅਸੀਂ ਜ਼ਿਆਦਾ ਲੋਕਾਂ ਨੂੰ ਇਨਵੋਲਵ ਨਹੀਂ ਕਰੀਏ ਤਾਂ ਹੀ ਸਹੀ ਰਹੇਗਾ। ਆ ਪੈਸੇ ਤੁਸੀਂ ਉਸ ਅਦਾਕਾਰ ਨੂੰ ਦੇ ਦਿਓ ਤੇ ਉਹਦਾ ਫੋਨ ਨੰਬਰ ਤੇ ਐਡਰੈਸ ਮੈਂ ਤੁਹਾਨੂੰ ਮੈਸੇਜ ਕਰ ਦਿੱਤਾ। ਦਿੱਤੇ ਸੀ ਨਾ? ਆਫ ਕੋਰਸ ਇਹਨਾਂ ਨੇ ਉਹ ਪੈਸੇ ਉਸ ਅਦਾਕਾਰ ਨੂੰ ਹੀ ਦਿੱਤੇ ਸੀ। ਇਨਫੈਕਟ ਉਸ ਦਿਨ ਜਦੋਂ ਇਹ ਘਰ ਵਾਪਸ ਆਏ ਹੈ ਮੈਂ ਇਹਨਾਂ ਨੂੰ ਆਪ ਪੁੱਛਿਆ ਹੈ। ਪਰ ਮੰਮੀ ਜੀ ਫਿਰ ਉਸ ਅਦਾਕਾਰ ਦੀ ਜਗ੍ਹਾ ਅਸਲੀ ਪੰਡਤ ਵਿਆਹ ਦੇ ਮੰਡਪ 'ਚ ਕਿਵੇਂ ਆ ਗਿਆ ਤੇ ਉਸ ਅਸਲੀ ਪੰਡਤ ਨੇ ਸਾਰੇ ਰੀਤੀ ਰਿਵਾਜ ਕਿਵੇਂ ਕਰਾ ਦਿੱਤੇ? ਮੈਨੂੰ ਤਾਂ ਸਭ ਕੁਝ ਸਮਝ ਹੀ ਨਹੀਂ ਆ ਰਿਹਾ। ਤੂੰ ਉਸ ਅਦਾਕਾਰ ਨੂੰ ਫੋਨ ਕਰਕੇ ਕਿਉਂ ਨਹੀਂ ਪੁੱਛ ਲੈਂਦਾ? ਤੁਹਾਨੂੰ ਕੀ ਲੱਗਦਾ ਮੈਂ ਸੋਚਿਆ ਨਹੀਂ ਹੋਏਗਾ? ਪਰ ਉਹਦਾ ਫੋਨ ਬੰਦ ਆ ਰਿਹਾ ਤੇ ਉਹਦੇ ਤੱਕ ਪਹੁੰਚਣ ਦਾ ਨਾ ਮੇਰੇ ਕੋਲ ਹੋਰ ਕੋਈ ਤਰੀਕਾ ਹੀ ਨਹੀਂ। ਮੈਨੂੰ ਆਪ ਕਦੇ ਮਿਲਿਆ ਹੀ ਨਹੀਂ ਸੀ। ਹੁਣ ਜੇ ਉਸ ਅਦਾਕਾਰ ਨਾਲ ਗੱਲ ਨਹੀਂ ਹੋ ਰਹੀ ਤਾਂ ਤੂੰ ਮਲਕੀਤ ਸਿੰਘ ਜੀ ਨੂੰ ਸਵਾਲ ਜਵਾਬ ਕਰੇਂਗਾ। ਉਹ ਮਲਕੀਤ ਸਿੰਘ ਜੀ ਜੋ ਇੰਨੇ ਸਾਲਾਂ ਤੋਂ ਸਾਡੇ ਨਾਲ ਨੇ, ਤੂੰ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਕਰੇਂਗਾ ਰਣਵੀਰ? ਮੰਮੀ ਜੀ ਮੇਰਾ ਇਹ ਮਤਲਬ ਬਿਲਕੁਲ ਨਹੀਂ ਸੀ। ਮੈਂ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ। ਮੈਂ ਤਾਂ ਬਸ ਇਹ ਪਤਾ ਕਰਨਾ ਚਾਹੁੰਦਾ ਕਿ ਇਹ ਸਭ ਕੁਝ ਹੋਇਆ ਕਿਵੇਂ। ਦੇਖ ਰਣਵੀਰ, ਹੁਣ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ। ਬਿਹਤਰੀ ਇਸੇ 'ਚ ਹੈ ਕਿ ਤੁਸੀਂ ਵੀ ਇਹ ਐਕਸੈਪਟ ਕਰ ਲਓ ਕਿ ਤੁਹਾਡਾ ਵਿਆਹ ਅਸਲ 'ਚ ਹੋ ਚੁੱਕਿਆ ਹੈ। ਤੁਸੀਂ ਹੁਣ ਪਤੀ ਪਤਨੀ ਹੋ। ਮੈਂ ਤਾਂ ਐਕਸੈਪਟ ਕਰ ਵੀ ਲਾਂ। ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਦੇਸ਼ੋ ਜੀ ਨੂੰ ਕਿੰਨਾ ਪਿਆਰ ਕਰਦਾ। ਪਰ ਹਾਂ ਸਭ ਕੁਝ ਨਾ ਮੈਨੂੰ ਇਦਾਂ ਨਹੀਂ ਚਾਹੀਦਾ ਸੀ। ਹਾਂ ਸਭ ਕੁਝ ਜਾਣ ਕੇ ਦੇਸ਼ੋ ਜੀ ਦਾ ਜੋ ਹਾਲ ਹੋਇਆ मैं पता करके ही रहूंगा कि इस सब के पीछे आखिर है कौन। मैडम जी सानू सारा कुछ साहब जी नू दस देना चाहिए। मैडम जी तुसी साहब जी नू तां जानदे ही हो, वो पता ला के ही रहणगे कि ये सब कुछ कीता किन्ने है। ਮਲਕੀਤ ਸਿੰਘ ਜੀ ਕਿੱਥੇ ਜਾ ਰਹੇ ਹੋ ਤੁਸੀਂ? मैडम जी ये रणवीर सर ने ये पैसे दिते है उस अदाकार नू देण वास्ते जिहड़ा उन्हां दे विआह 'च पंडित बनेगा। ਠੀਕ ਹੈ, ਰੁਕੋ। ਤੁਸੀਂ ਇਦਾਂ ਕਰੋ, ਇਹ ਪੈਸੇ ਤੁਸੀਂ ਮੈਨੂੰ ਦੇ ਦਿਓ। ਜਿਹਨੂੰ ਵੀ ਦੇਣੇ ਆ ਮੈਂ ਆਪੇ ਦੇ ਦਿਆਂਗੀ। ਤੁਸੀਂ मैडम जी ਤੁਸੀਂ अदाकार बारे की जानते हो? ਤੁਸੀਂ ਕਿੱਥੇ ਨਕਲੀ ਪੰਡਤ ਲੱਭਦੇ ਫਿਰੋਗੇ? ਨਕਲੀ ਨਹੀਂ, ਅਸਲੀ। ਕੀ मैडम जी असली पंडित? ਬਿਲਕੁਲ, ਇਸ ਵਿਆਹ 'ਚ ਹੁਣ ਨਕਲੀ ਪੰਡਿਤ ਨਹੀਂ ਅਸਲੀ ਪੰਡਿਤ ਆਏਗਾ। यानी कि विआह नकली नहीं असली होएगा? ਬਿਲਕੁਲ ਸਹੀ ਸਮਝੇ। पर मैडम जी ये तो रणवीर सर ना धोखा होएगा ना? ਧੋਖਾ? ਇਹ 'ਚ ਧੋਖਾ ਕਾਦਾ? पर मैडम जी जदों रणवीर सर नू सच पता लगेगा उन्हां दा तो मेरे तो विश्वास ही उठ जाएगा। ਓਹੋ ਮਲਕੀਤ ਜੀ, ਤੁਸੀਂ ਮੇਰੇ ਲਈ ਕੰਮ ਕਰਦੇ ਹੋ ਤਾਂ ਤੁਹਾਡੀ ਵਫਾਦਾਰੀ ਪਹਿਲਾਂ ਮੇਰੇ ਲਈ ਬਣਦੀ ਹੈ, ਉਸ ਤੋਂ ਬਾਅਦ ਰਣਵੀਰ ਜਾਂ ਕਿਸੇ ਹੋਰ ਲਈ। ਦੂਜੀ ਗੱਲ, ਰਣਵੀਰ ਮੇਰਾ ਪੁੱਤਰ ਹੈ, ਮੈਨੂੰ ਪਤਾ ਹੈ ਉਹਦੀ ਖੁਸ਼ੀ ਕਿਹਦੇ 'ਚ ਹੈ ਤੇ ਮੈਂ ਤਾਂ ਉਹਦਾ ਭਲਾ ਹੀ ਚਾਹੁੰਦੀ ਹਾਂ ਨਾ। पर मैडम जी ये है तो गलत है जी। ਮਲਕੀਤ ਸਿੰਘ ਜੀ, ਤੁਸੀਂ ਇਸ ਘਰ ਦੇ ਵਫਾਦਾਰ ਹੋ। ਤੁਸੀਂ ਮੈਨੂੰ ਦੱਸੋ, ਕੀ ਦੇਸ਼ੋ ਰਣਵੀਰ ਲਈ ਜਾਂ ਇਸ ਘਰ ਲਈ ਠੀਕ ਨਹੀਂ ਹੈ? मैडम जी देशो मैडम तो ठीक ने ते रणवीर सर उन्होंने प्यार भी बहुत करते हैं। ਤੇ ਫਿਰ ਇਹ ਵਿਆਹ ਤਾਂ ਰਣਵੀਰ ਲਈ ਠੀਕ ਹੋਇਆ ਨਾ। पर मैडम जी गल तो तुहाडी ठीक है पर देशो मैडम ते रणवीर सर नाल होना ते धक्का ही है ना। ਤੁਸੀਂ ਪਤਾ ਨਹੀਂ ਕੀ ਬੋਲੀ ਜਾ ਰਹੇ ਹੋ ਅੱਜ। ਦੇਖੋ, ਹਾਲੇ ਉਹਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਉਹਨਾਂ ਦਾ ਵਿਆਹ ਅਸਲੀ ਹੋ ਰਿਹਾ ਹੈ। ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ, ਜਦੋਂ ਦੇਸ਼ੋ ਇਸ ਘਰ 'ਚ ਆਏਗੀ ਉਹ ਦੇਖੇਗੀ ਰਣਵੀਰ ਉਹਨੂੰ ਕਿੰਨਾ ਪਿਆਰ ਕਰਦਾ ਹੈ, ਉਹਦਾ ਕਿੰਨਾ ਖਿਆਲ ਰੱਖਦਾ ਹੈ, ਤਾਂ ਉਹ ਆਪ ਹੀ ਉਹਨੂੰ ਛੱਡ ਕੇ ਜਾਣ ਬਾਰੇ ਨਹੀਂ ਸੋਚੇਗੀ। ਤੇ ਫਿਰ ਜਦੋਂ ਦੇਸ਼ੋ ਤੇ ਰਣਵੀਰ ਦੋਨੋਂ ਇਕੱਠੇ ਰਹਿਣ ਦਾ ਫੈਸਲਾ ਕਰ ਲੈਣਗੇ ਤਾਂ ਮੈਂ ਉਹਨਾਂ ਨੂੰ ਦੱਸ ਦਾਂਗੀ। ਨਾਲ ਰਹਿਣ ਨਾਲ ਬਹੁਤ ਫਰਕ ਪੈਂਦਾ ਹੈ ਮਲਕੀਤ ਜੀ, ਤੇ ਮੈਨੂੰ ਪੂਰਾ ਯਕੀਨ ਹੈ ਦੇਸ਼ੋ ਨੂੰ ਵੀ ਰਣਵੀਰ ਨਾਲ ਰਹਿ ਕੇ ਪਿਆਰ ਹੋ ਹੀ ਜਾਏਗਾ। गल तो तुहाडी मैडम जी ठीक है। ਸ਼ੁਕਰ ਹੈ ਫਾਈਨਲੀ ਤੁਹਾਨੂੰ ਮੇਰੀ ਗੱਲ ਸਮਝ ਆਈ। ਚਲੋ ਹੁਣ ਮੈਂ ਤੁਹਾਨੂੰ ਪੰਡਿਤ ਲੱਭਣ ਦਾ ਜ਼ਿੰਮਾ ਵੀ ਦਿੰਨੀ ਆ, ਪਰ ਇੱਕ ਗੱਲ ਯਾਦ ਰੱਖਿਓ। मैं समझ गया मैडम जी कि पंडित नकली नहीं असली लभना। ਵੈਰੀ ਗੁੱਡ ਮਲਕੀਤ ਜੀ। ਐਨਾ ਹੀ ਨਹੀਂ, ਉਹਨੂੰ ਸਾਨੂੰ ਦੱਸਣਾ ਵੀ ਪਏਗਾ। पर मैडम जी ਅਸੀਂ ਘਰ ਦੇ ਰਾਜ਼ ਇਸ ਤਰ੍ਹਾਂ ਕਿੱਦਾਂ ਕਿਸੇ ਨੂੰ ਦੱਸ ਸਕਦੇ ਹਾਂ? ਸਾਰਾ ਕੁਝ ਨਹੀਂ ਦੱਸਣਾ, ਬਸ ਸਿਰਫ ਇੰਨਾ ਹੀ ਕਿ ਇਹ ਵਿਆਹ ਅਸਲੀ ਹੋਏਗਾ। ਬਾਕੀ ਸਾਰੀ ਗੱਲ ਮੈਂ ਆਪੇ ਕਰ ਲਵਾਂਗੀ। ठीक है मैडम जी जिस तरह तुसी ठीक समझो। मैं हूँ नकली नहीं
ਅਸਲੀ ਬੰਡਲ ਲੱਭ ਕੇ ਲਿਆਣਾ। ਬਿਲਕੁਲ। ਮੈਨੂੰ ਮਾਫ ਕਰ ਦੀ ਰਣਵੀਰ, ਪਰ ਮੈਨੂੰ ਪਤਾ ਮੇਰੇ ਪੁੱਤਰ ਲਈ ਕੀ ਸਹੀ ਹੈ। ਤੇ ਦੇਸ਼ੋ ਤਾਂ ਤੇਰਾ ਪਿਆਰ ਹੈ ਨਾ। ਆਈ ਨੋ ਐਟ ਲਾਸਟ ਤੁਹਾਨੂੰ ਮੇਰਾ ਡਿਸੀਜਨ ਬਿਲਕੁਲ ਠੀਕ ਲੱਗੇਗਾ। ਹਾਂ, ਪਰ ਹੋ ਸਕਦਾ ਨਾ ਕਿ ਉਦੋਂ ਤੱਕ ਦੇਸ਼ੋ ਇਸ ਰਿਸ਼ਤੇ ਨੂੰ ਐਕਸੈਪਟ ਕਰ ਲਵੇ। ਉਸ ਤੋਂ ਬਾਅਦ ਇਹ ਕਿਹਨੇ ਕੀਤਾ, ਕਿਉਂ ਕੀਤਾ, ਇਹਨਾਂ ਗੱਲਾਂ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪਏਗਾ। ਉਦੋਂ ਤੱਕ ਸਾਡਾ ਚੁੱਪ ਰਹਿਣਾ ਹੀ ਬਿਹਤਰ ਹੈ ਮਲਕੀਤ ਸਿੰਘ ਜੀ। ਵੈਸੇ ਵੀ ਇਸ ਵਾਰ ਜੋ ਹੋਇਆ ਨਾ, ਉਸ ਤੋਂ ਬਾਅਦ ਰਣਵੀਰ ਮੈਨੂੰ ਕਦੀ ਮਾਫ ਨਹੀਂ ਕਰੇਗਾ। ਉਹ ਵੀ ਉਦੋਂ ਜਦੋਂ ਇਹ ਸੱਚ ਜਾਣਨ ਤੋਂ ਬਾਅਦ ਦੇਸ਼ੋ ਦਾ ਇਹ ਹਾਲ ਹੈ। ਮਲਕੀਤ ਸਿੰਘ ਜੀ, ਸਾਨੂੰ ਚੁੱਪ ਹੀ ਰਹਿਣਾ ਪਏਗਾ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰਾ ਮੇਰੇ ਪੁੱਤਰ ਨਾਲ ਰਿਸ਼ਤਾ ਖਰਾਬ ਹੋਵੇ। ਮੈਂ ਤਾਂ ਉਹਦਾ ਭਲਾ ਹੀ ਚਾਹੁੰਦੀ ਆ ਨਾ। ਹਾਂਜੀ ਮੈਡਮ ਜੀ, ਮੈਂ ਇਹ ਤੁਹਾਡੀ ਗੱਲ ਸਮਝਦਾ। ਇੱਕ ਗੱਲ ਹੋਰ ਸਮਝੋ ਮਲਕੀਤ ਸਿੰਘ ਜੀ, ਇੱਕ ਨਾ ਇੱਕ ਦਿਨ ਇਹਨਾਂ 'ਚ ਸਭ ਕੁਝ ਠੀਕ ਹੋ ਹੀ ਜਾਣਾ ਹੈ, ਕਿਉਂਕਿ ਦੇਸ਼ੋ ਹੁਣ ਇਸ ਵਿਆਹ ਤੋਂ ਭੱਜ ਨਹੀਂ ਸਕਦੀ ਤੇ ਰਣਵੀਰ ਇਸ ਰਿਸ਼ਤੇ ਨੂੰ ਖੁੱਲੇ ਦਿਲ ਨਾਲ ਐਕਸੈਪਟ ਕਰੇਗਾ। ਇਹ ਸਭ ਨੂੰ ਵਕਤ ਜ਼ਰੂਰ ਲੱਗੇਗਾ, ਪਰ ਹੋਏਗਾ ਹੀ। ਪੁੱਤਰ, ਦੇਸ਼ੂ ਨੂੰ ਹੋਸ਼ ਆਂਦੀ ਮੈਨੂੰ ਦੱਸ ਦਿਓ ਜ਼ਰੂਰ। ਹਾਂਜੀ ਆਂਟੀ ਜੀ, ਮੈਨੂੰ ਪਤਾ ਹੈ ਜੋ ਕੁਝ ਵੀ ਹੋਇਆ ਨਾ, ਉਹਦੇ ਕਰਕੇ ਤੁਹਾਨੂੰ ਮੇਰੇ ਤੋਂ ਵੀ ਵੱਧ ਕੇ ਦੇਸ਼ੋ ਜੀ ਦੀ ਫਿਕਰ ਹੋਏਗੀ। ਮੈਨੂੰ ਪਤਾ ਹੈ ਰਣਵੀਰ ਕਿ ਤੁਸੀਂ ਸੰਭਾਲ ਲਓਗੇ। ਪਤਾ ਨਹੀਂ ਆਂਟੀ ਜੀ, ਮੈਂ ਕਿੱਦਾਂ ਸਮਝਾਊਂਗਾ ਉਹਨਾਂ ਨੂੰ ਇਹ ਸਭ ਕੁਝ। ਪਤਾ ਨਹੀਂ ਉਹ ਸਮਝਣਗੇ ਵੀ ਕਿ ਨਹੀਂ। ਮੈਨੂੰ ਪੂਰਾ ਯਕੀਨ ਹੈ ਕਿ ਦੇਸ਼ੋ ਤੁਹਾਡੀ ਗੱਲ ਜ਼ਰੂਰ ਸੁਣੇਗੀ। ਤੇ ਤੁਸੀਂ ਵੀ ਸ਼ਾਂਤ ਹੋ ਜਾਓ ਤੇ ਆਰਾਮ ਕਰੋ। ਅੱਛਾ, ਤੁਹਾਨੂੰ ਹਜੇ ਵੀ ਉਸ ਬੰਦੇ ਤੇ ਦੇਸ਼ੋ ਤੇ ਤਰਸ ਆ ਰਿਹਾ? ਉਹ ਬੰਦਾ ਜਿਹਨੇ ਦੇਸ਼ੋ ਨਾਲ ਧੋਖੇ ਨਾਲ ਵਿਆਹ ਕਰਵਾਇਆ? ਇੱਕ ਗੱਲ ਦੱਸ ਅਰਮਾਨ, ਤੂੰ ਇਹ ਸਭ ਕਿਉਂ ਕਰਨਾ ਚਾਹੁੰਦਾ ਸੀ? ਤੂੰ ਇਹ ਵਿਆਹ ਵਾਲਾ ਮੁੱਦਾ ਸਾਰਿਆਂ ਦੇ ਸਾਹਮਣੇ ਕਿਉਂ ਲੈਂਦਾ? ਮੈਂ ਕਿੱਦਾਂ ਨਾਲ ਲਿਆਉਂਦਾ? ਉਹ ਇੱਕ ਗੈਰ ਬੰਦੇ ਨਾਲ ਰਹਿ ਰਹੀ ਸੀ, ਉਹ ਵੀ ਬਿਨਾਂ ਵਿਆਹ ਕਰਵਾਏ। ਮੈਂ ਕੁਛ ਨਾ ਬੋਲਦਾ। ਦੇਸ਼ੋ ਕੋਲੋਂ ਮੈਨੂੰ ਨਾ ਇਹ ਉਮੀਦ ਨਹੀਂ ਸੀਗੀ ਮੰਮੀ ਜੀ। ਉਮੀਦ ਤਾਂ ਮੈਨੂੰ ਵੀ ਨਹੀਂ ਸੀ ਅਰਮਾਨ ਤੇਰੇ ਤੋਂ। ਤੂੰ ਤਾਂ ਉਹ ਹੱਦਾਂ ਪਾਰ ਕੀਤੀਆਂ ਨੇ ਜਿਹੜੀਆਂ ਦੇਸ਼ੋ ਕਦੇ ਕਰ ਵੀ ਨਹੀਂ ਸਕਦੀ। ਤੈਨੂੰ ਸ਼ਰਮ ਨਹੀਂ ਆਈ ਅਰਮਾਨ? ਆਪਣੀ ਬੋਟੀ ਦੇ ਹੁੰਦਿਆਂ ਕਿਸੇ ਹੋਰ ਜਨਾਨੀ ਨਾਲ ਰਹਿੰਦੇ। ਤੇ ਸਿਰਫ ਇਹ ਨਹੀਂ ਅਰਮਾਨ, ਬਿਨਾਂ ਵਿਆਹ ਕਰਾਏ ਤੂੰ ਉਸ ਕੁੜੀ ਨੂੰ ਗਰਭਵਤੀ ਵੀ ਕੀਤਾ। ਮੈਨੂੰ ਆਪਣੀ ਦੇਸ਼ੋ ਦਾ ਪਤਾ ਹੈ ਅਰਮਾਨ। ਉਹ ਭਾਵੇਂ ਉਸ ਘਰ 'ਚ ਝੂਠਾ ਰਿਸ਼ਤਾ ਨਿਭਾ ਰਹੀ ਸੀ, ਪਰ ਫਿਰ ਵੀ ਉਹ ਰਣਵੀਰ ਨਾਲ ਇੱਕ ਛੱਤ ਥੱਲੇ ਰਹਿ ਕੇ ਨਾ ਅੱਜ ਵੀ ਓਨੀ ਪਵਿੱਤਰ ਹੈ ਜਿੰਨੀ ਪਹਿਲਾਂ ਸੀ। ਇੰਨਾ ਮੈਨੂੰ ਵੀ ਪਤਾ ਮੰਮੀ ਜੀ। ਦੇਸ਼ੋ ਨੂੰ ਮੈਂ ਜਾਣਦਾ, ਪਰ ਮੈਨੂੰ ਰਣਵੀਰ ਦੇ ਇਰਾਦੇ ਤੇ ਬਿਲਕੁਲ ਭਰੋਸਾ ਨਹੀਂ ਹੈਗਾ। ਗਲਤ ਨਜ਼ਰ ਰੱਖਦਾ ਉਸ ਤੇ। ਅਰਮਾਨ, ਮੈਨੂੰ ਰਣਵੀਰ ਦੇ ਇਰਾਦੇ ਵੀ ਪਤਾ ਹੈ ਤੇ ਮੈਨੂੰ ਉਹ ਤੇ ਪੂਰਾ ਭਰੋਸਾ ਵੀ ਹੈ। ਉਹ ਦੇਸ਼ੋ ਨਾਲ ਨਾ ਤੇ ਕੁਝ ਗਲਤ ਕਰੇਗਾ ਤੇ ਨਾ ਹੀ ਉਹਦੇ ਨਾਲ ਕੁਝ ਗਲਤ ਹੋਣ ਦੇਗਾ। ਰਣਵੀਰ ਏਦਾਂ ਦਾ ਬੰਦਾ ਹੈ ਕਿ ਆਪਣੇ ਆਪ ਨੂੰ ਕਿਸੇ ਤੇ ਥੋਪਦਾ ਨਹੀਂ ਅਰਮਾਨ, ਖਾਸ ਕਰ ਉਸ ਕੁੜੀ ਤੇ ਜਿਹਨੂੰ ਉਹ ਦਿਲੋਂ ਪਿਆਰ ਕਰਦਾ ਹੈ। ਅੱਛਾ, ਜੇ ਇਹ ਗੱਲ ਆ ਤੇ ਉਹ ਆਪਣੇ ਨਕਲੀ ਵਿਆਹ ਨੂੰ ਨਾ ਅਸਲੀ 'ਚ ਨਾ ਬਦਲਦਾ। ਸਭ ਕੁਝ ਜਾਣਬੁੱਝ ਕੇ ਕੀਤਾ ਨਾ ਉਹਨੇ। ਮੈਂ ਬਸ ਤੈਨੂੰ ਇਹੀ ਕਹੂੰਗੀ ਅਰਮਾਨ ਕਿ ਦੂਰ ਰਹਿ ਉਹਨਾਂ ਤੋਂ। ਇਹ ਉਹਨਾਂ ਦੀ ਆਪਣੀ ਸਮੱਸਿਆ ਹੈ ਤੇ ਉਹ ਆਪਣੇ ਆਪ ਨਿਬੜਨਗੇ। ਮੰਮੀ ਜੀ, ਮੈਨੂੰ ਦੇਸ਼ੋ ਦੀ ਬਹੁਤ ਫਿਕਰ ਹੈ। ਉਹ ਰਣਵੀਰ ਨਾਲ ਕੋਈ ਰਿਸ਼ਤਾ ਰੱਖਣਾ ਨਹੀਂ ਚਾਹੁੰਦੀ। ਤੁਸੀਂ ਉਹਦੇ ਨਾਲ ਗੱਲ ਕਰੋ। ਉਹ ਇਹ ਜ਼ਬਰਦਸਤੀ ਦੇ ਵਿਆਹ ਤੇ ਨਾ ਬੱਝ ਕੇ ਰਹਿ ਨਹੀਂ ਸਕਦੀ। ਮੈਂ ਜਾਣਦਾ ਉਹਨੂੰ। ਜਿੰਨਾ ਮੈਂ ਜਾਣਦੀ ਹਾਂ ਨਾ ਅਰਮਾਨ, ਮੇਰੇ ਹਿਸਾਬ ਨਾਲ ਦੇਸ਼ੋ ਬਿਲਕੁਲ ਸਹੀ ਜਗ੍ਹਾ ਤੇ ਹੈ। ਜੇ ਉਹ ਫਸੀ ਵੀ ਹੈ ਨਾ ਤਾਂ ਇੱਕ ਨੇਕ ਦਿਲ ਇਨਸਾਨ ਨਾਲ ਹੈ, ਕਿਸੇ ਖੁਦਗਰਜ਼ ਨਾਲ ਨਹੀਂ, ਜਿਹਨੂੰ ਉਹਦੀ ਪਰਵਾਹ ਨਹੀਂ, ਜਿਹਨੂੰ ਇਹ ਫਿਕਰ ਨਹੀਂ ਕਿ ਉਹ ਕਿੱਦਾਂ ਦੀ ਹੈ, ਬਸ ਇਹ ਫਿਕਰ ਹੈ ਕਿ ਉਹ ਕਿਹਦੇ ਨਾਲ ਹੈ। ਉਹ ਬੰਦਾ ਜਿਹੜਾ ਕਦੇ ਉਹਦੇ ਲਈ ਖੜਾ ਹੀ ਨਹੀਂ ਹੋਇਆ ਸੀ ਤੇ ਸਿਰਫ ਆਪਣੇ ਹੋਮੇ ਲਈ ਚਾਹੁੰਦਾ ਸੀ ਕਿ ਦੇਸ਼ੋ ਹਮੇਸ਼ਾ ਉਹਦੇ ਤੇ ਨਿਰਭਰ ਰਹੇ, ਜਿਹੜਾ ਉਹਨੂੰ ਕਿਸੇ ਦੀ ਹੁੰਦੇ ਹੀ ਨਹੀਂ ਦੇਖ ਸਕਦਾ ਕਿਉਂਕਿ ਉਹ ਉਹਦੀ ਘਰਵਾਲੀ ਸੀ। ਮੰਮੀ ਜੀ, ਤੁਹਾਡੇ ਨਾਲ ਗੱਲ ਕਰਨਾ ਇੱਕਦਮ ਬੇਕਾਰ ਹੈ। ਕਿਉਂ? ਕਿਉਂਕਿ ਮੈਂ ਸੱਚ ਬੋਲ ਰਹੀ ਹਾਂ।
नहीं हो सकता। तेशु जी ਤੁਸੀਂ ਠੀਕ ਹੋ ਨਾ? नहीं, गलत है। साडा ब्याह नहीं हो सकता, नहीं हो सकता। मैं इस घर में छोड़ नहीं रह सकती। साडा ब्याह नहीं हो सकता। मैं ब्याह करना ही नहीं चाहती सी। मैं थोड़ी घरवाली नहीं बनना चाहती सी। मैं थोड़े नाल रहना ही नहीं चाहती सी। तेशु जी शांत हो जाओ। नहीं, साडा ब्याह कितना हो सकता है? नहीं हो सकता। तेशु जी कुछ भी गलत नहीं होया, ਅਸੀਂ सब ठीक करना। नहीं, कुछ ठीक नहीं हो सकता। कुछ ठीक नहीं होएगा। नहीं, साडा ब्याह कितना हो गया? तेशु जी दूर हो जाओ। तेशु जी कितने चले गए? तेशु जी कितने अंदर तो नहीं? अंदर तो कोई भी नहीं है। किते सब दा जिम्मेदार तुसी मैनू तो नहीं समझ रहे। नहीं तुसी मैनू छड़ के तो नहीं चले गए ना? ਮੋਮੋ ਮੈਡਮ ਜੀ ਤੁਸੀਂ ਅੰਦਰ ਕਮਰੇ 'ਚ ਜਾ ਕੇ ਬਹਿ ਜਾਂਦੇ, ਮੈਂ ਇੱਥੇ ਝਾੜ ਪੂੰਝ ਕਰਨੀ ਸੀ। ਮਲਕੀਤ ਸਿੰਘ ਜੀ, ਦੇਸ਼ੋ ਤੇ ਰਣਵੀਰ ਕਿੱਥੇ ਹੈ? ਮੈਡਮ ਜੀ ਕੀ ਹੋਇਆ ਮਲਕੀਤ ਜੀ? ਉਹ ਦੋਨੋਂ ਠੀਕ ਤਾਂ ਹੈ ਨਾ? ਦਰਅਸਲ ਦੇਸ਼ੋ ਮੈਡਮ ਜੀ ਨੂੰ ਤਾਂ ਮੈਂ ਸਵੇਰੇ ਸਵੇਰੇ ਬਾਹਰ ਜਾਂਦੇ ਵੇਖਿਆ ਸੀ, ਤੇ ਰਣਵੀਰ ਸਰ ਜੀ ਨੂੰ ਤਾਂ ਮੈਂ ਸਵੇਰ ਦਾ ਦੇਖਿਆ ਹੀ ਨਹੀਂ। ਉਹ ਮੈਡਮ ਜੀ ਸ਼ਾਇਦ ਅਜੇ ਤੱਕ ਆਪਣੇ ਕਮਰੇ 'ਚ ਹੀ ਹੋਣਗੇ। ਦੇਸ਼ੋ ਏਦਾਂ ਕਿੱਦਾਂ ਕਿਤੇ ਜਾ ਸਕਦੀ ਹੈ? ਕਿਤੇ ਉਹ तेशु जी कितने चले गए जी? तुसी देखिया उन्होंने? रणवीर पुत्र वो शायद चली गई। चली गई? घर छड़ के चली गई? पुत्र तू फिक्र ना कर, देशो बिल्कुल ठीक होएगी। ਉਹਨੂੰ ਥੋੜਾ ਸਮਾਂ ਦੇ, ਉਹ ਵਾਪਸ ਜ਼ਰੂਰ ਆ ਜਾਏਗੀ। ਤੇ ਚੰਗਾ ਹੀ ਹੋਇਆ ਨਾ ਜੇ ਚਲੀ ਗਈ ਆ ਤੇ ਇਹਦੇ 'ਚ ਤੇਰੀ ਹੀ ਭਲਾਈ ਆ। ਜੇ ਉਹ ਛੱਡ ਕੇ ਚਲੀ ਗਈ ਹੈ ਇਹਦਾ ਮਤਲਬ ਹੈ ਕਿ ਉਹ ਕਦੇ ਰਿਸ਼ਤਾ ਨਿਭਾਉਣਾ ਹੀ ਨਹੀਂ ਚਾਹੁੰਦੀ ਸੀ। ਰਣਵੀਰ ਪੁੱਤਰ, ਤੈਨੂੰ ਇਹ ਸਭ ਵਾਸਤੇ ਆਪਣੇ ਆਪ ਨੂੰ ਦੋਸ਼ ਦੇਣ ਦੀ ਕੋਈ ਜ਼ਰੂਰਤ ਨਹੀਂ ਆ। ਤੇਰਾ ਇਹ 'ਚ ਕੋਈ ਕਸੂਰ ਨਹੀਂ ਆ, ਤੇਰੀ ਕੋਈ ਗਲਤੀ ਨਹੀਂ ਆ। हाँ ਇਹਦੇ 'ਚ मेरी कोई गलती नहीं, पर मैं पता भी तो नहीं कर पाया कि सब दे पीछे आखिर कौन है। मैनू तकलीफ तो इस गल दी हो रही है कि देशो जी इदा ही चले गए बिना कुछ कहे, बिना कुछ पूछे। पता नहीं उन्होंने दिमाग च की चल रहा होना, वो किस हाल च होणगे, किन्ने परेशान होणगे। ਰਣਵੀਰ ਪੁੱਤਰ, ਮੈਂ ਕਿਹਾ ਨਾ ਜੋ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਆ। ਜੇ ਤੁਹਾਡੇ ਇਸ ਨਾਟਕ ਨੇ ਇਹ ਨਵਾਂ ਮੋੜ ਲਿਆ ਹੈ ਤੇ ਚੰਗਾ ਹੀ ਹੈ ਨਾ। ਜੇ ਉਹ ਸੱਚ ਸੁਣ ਕੇ ਇਸ ਤਰ੍ਹਾਂ ਚਲੀ ਗਈ ਆ ਇਹਦਾ ਮਤਲਬ ਹੈ ਉਹ ਤੇਰੇ ਲਈ ਬਣੀ ਨਹੀਂ ਆ। ਤੂੰ ਫਿਕਰ ਨਾ ਕਰ, ਤੂੰ ਦੇਸ਼ੋ ਨਾਲੋਂ ਕਿਤੇ ਵਧੀਆ ਕੁੜੀ ਡਿਜ਼ਰਵ ਕਰਦਾ ਹੈ। जे देशो जी मेरे लिए नहीं बने सी ना, फिर मेरे लिए कोई बनया ही नहीं है। देशो जी परफेक्ट नालों भी कितने वधिया ने। हाँ वो मैनू छड़ के जरूर चले गए ने, पर उन्हों का पूरा हक भी बनता है। उन्होंने कदे भी मेरे नाल असली विआह कराने का फैसला तो लिया ही नहीं सी। मैनू तो बस इस गल का फिक्र है कि इस टाइम देशो जी की सोच रहे होंगे, पर कोई नहीं। इस सब दे पीछे जो भी है ना,
ਮੈਂ ਉਹਦਾ ਪਤਾ ਕਰਕੇ ਤਾਂ ਜ਼ਰੂਰ ਆ। ਹਲੇ ਵੀ ਬਸ ਦੇਸ਼ੋ ਦੇਸ਼ੋ ਦੇਸ਼ੋ। ਇਹ ਦੇਸ਼ੋ ਨਾਮ ਦੀ ਬਲਾ ਪਤਾ ਨਹੀਂ ਕਦੋਂ ਸਾਡੇ ਸਿਰ ਤੋਂ ਟਲੇਗੀ।